ਬੋਨੀ ਕਰੋਂਬੀ ਜਿਹੜੀ ਆ ਉਹਨਾਂ ਨੇ ਸ਼ੀ ਇਜ਼ ਐਕਸਪਲੋਰਿੰਗ, ਹਜੇ ਉਹਨਾਂ ਨੇ ਕਿਹਾ ਹੈ ਕਿ ਐਕਸਪਲੋਰਿੰਗ ਦਾ ਮਾਮਲਾ ਆ ਰਿਹਾ ਸਾਹਮਣੇ ਕਿ ਉਹ ਦੇਖ ਰਹੇ ਨੇ, ਉਹ ਸੋਚ ਵਿਚਾਰ ਕਰ ਰਹੇ ਨੇ ਇਸ ਬਾਰੇ ਕਿ ਉਹ ਲਿਬਰਲ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਆ ਉਹਦੇ ਵਿੱਚ ਉਹ ਐਂਟਰ ਕਰਨ ਜਾਂ ਨਾ ਕਰਨ। ਅਸੀਂ ਦੱਸ ਦਈਏ ਕਿ ਲਿਬਰਲ ਪਾਰਟੀ ਦੇ ਬਾਰੇ ਬਹੁਤ ਸਾਰੀ ਜਿਹੜੀ ਚਰਚਾ ਹੁੰਦੀ ਰਹੀ ਹੈ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਓਨਟਾਰੀਓ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਦੀ ਗੱਲ ਕਰੀਏ, ਬੋਨੀ ਕਰੋਂਬੀ ਉਹਨਾਂ ਦੀ ਬੈਕਗਰਾਉਂਡ ਮੈਂ ਜਰਾ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦਾ ਹੈਗਾ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਜਦੋਂ ਮੈਂ ਖੁਦ ਮੀਡੀਆ ਦੇ ਵਿੱਚ ਆਇਆ ਤੇ ਉਸ ਸਮੇਂ ਹਜੇ ਬੋਨੀ ਕਰੋਂਬੀ ਜਿਹੜੇ ਉਹਨਾਂ ਦਾ ਸਿਆਸੀ ਕੈਰੀਅਰ ਹਜੇ ਸ਼ੁਰੂ ਨਹੀਂ ਸੀ ਹੋਇਆ। ਸੋ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੋਨੀ ਕਰੋਂਬੀ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਹੈ ਬੜੇ ਧਿਆਨ ਦੇ ਨਾਲ ਦੇਖਿਆ। ਬੋਨੀ ਕਰੋਂਬੀ ਉਹਨਾਂ ਦਾ ਜਿਹੜਾ ਜਨਮ ਹੈ 1960 ਦੇ ਵਿੱਚ ਹੋਇਆ, 1960। ਸੋ 5 ਫਰਵਰੀ 1960 ਬੋਨੀ ਕਰੋਂਬੀ ਉਹਨਾਂ ਦਾ ਜਨਮ ਹੋਇਆ। ਸ਼ੀ ਵਾਸ ਬੋਰਨ ਔਨ 5 ਫਰਵਰੀ 1960। ਅੱਜ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਮਰ ਲਗਭਗ 63 ਸਾਲ ਹੈ। ਸ਼ੀ ਇਜ਼ ਅਪਰੋਕਸੀਮੇਟਲੀ 63 ਈਅਰਸ ਓਲਡ। ਇਸ ਤੋਂ ਇਲਾਵਾ ਪੋਲਿਸ਼ ਇਮੀਗ੍ਰੈਂਟ ਇਹਨਾਂ ਦੇ ਇਮੀਗ੍ਰੈਂਟਸ ਇੱਥੇ ਆਏ ਸੀ, ਇਹਨਾਂ ਦੇ ਪੇਰੈਂਟਸ ਸੀਗੇ ਦੇਵਰ ਪੋਲਿਸ਼ ਇਮੀਗ੍ਰੈਂਟਸ। ਬੋਨੀ ਕਰੋਂਬੀ ਉਸ ਸਮੇਂ ਸਿਰਫ 3 ਸਾਲ ਦੀ ਸੀਗੀ ਜਦੋਂ ਕਿ ਇਹਨਾਂ ਦਾ ਪੇਰੈਂਟਸ ਜਿਹੜੇ ਨੇ ਅਲੱਗ ਹੋ ਗਏ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਮਦਰ ਸੀਗੇ, ਜਦੋਂ ਬੋਨੀ ਕਰੋਂਬੀ 9 ਸਾਲ ਦੀ ਉਮਰ ਸੀ ਉਹਨਾਂ ਨੇ ਦੁਬਾਰਾ ਤੋਂ ਫਿਰ ਮੈਰਿਜ ਕਰਵਾ ਲਈ। ਬੋਨੀ ਕਰੋਂਬੀ ਨੇ ਇੱਥੇ ਹੀ ਟੋਰਾਂਟੋ ਦੇ ਵਿੱਚ ਉਹਨਾਂ ਨੇ ਆਪਣੀ ਸਕੂਲਿੰਗ ਲਈ, ਉਸ ਤੋਂ ਬਾਅਦ BA ਕੀਤੀ ਆਪਣੀ ਪੋਲੀਟੀਕਲ ਸਾਇੰਸ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਸ਼ੁਲਿਕ ਸਕੂਲ ਆਫ ਬਿਜ਼ਨਸ ਤੋਂ ਇਹਨਾਂ ਨੇ ਆਪਣੀ ਮਾਸਟਰਸ ਵੀ ਕੀਤੀ ਹੈ, ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੀਤੀ ਹੈ। ਔਰ ਉਸ ਤੋਂ ਬਾਅਦ ਇਹਨਾਂ ਨੇ ਕਈ ਹੋਰ ਜਿਹੜੇ ਕੰਮ ਤੇ ਕੀਤੇ ਨੇ ਕਾਰਪੋਰੇਟ ਵਰਲਡ 'ਚ, ਲੇਕਿਨ ਮੇਨ ਹੁਣ ਆ ਜਾਂਦੇ ਅਸੀਂ ਸਿਆਸੀ ਕੈਰੀਅਰ ਵੱਲ ਆ ਜਾਂਦੇ ਹਾਂ। ਠੀਕ ਹੈ, ਜੌਨ ਨੁਨਜ਼ੀਆਤਾ ਜਿਨ੍ਹਾਂ ਨੇ ਕਿ 2003 ਦੇ ਵਿੱਚ ਟੋਰਾਂਟੋ ਦੇ ਮੇਅਰਲ ਰੇਸ ਦੀ ਇਲੈਕਸ਼ਨ ਲੜੀ ਸੀ, ਉੱਥੇ ਇਹਨਾਂ ਨੇ ਬਤੌਰ ਕੈਂਪੇਨ ਮੈਨੇਜਰ ਕੰਮ ਕੀਤਾ ਹੈ। ਉਸ ਤੋਂ ਬਾਅਦ 2006 ਦੇ ਵਿੱਚ ਇਹ ਸ਼ਾਮਿਲ ਹੋਏ ਜਦੋਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਹੋ ਰਹੀ ਸੀ ਮਾਈਕਲ ਇਗਨੈਟਿਵ ਕੈਂਪ ਦੇ ਵਿੱਚ। ਇਹਨਾਂ ਨੇ ਬਤੌਰ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਬਤੌਰ ਕੈਂਪੇਨ ਕੋ-ਚੇਅਰ ਵੀ ਜਿਹੜਾ ਇਹਨਾਂ ਨੇ ਕੰਮ ਕੀਤਾ। ਮੇਰੀ ਪਹਿਲੀ ਇਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਉਸੇ ਦਰਮਿਆਨ ਹੋਈ ਸੀ ਜਦੋਂ ਕਿ ਮਾਈਕਲ ਇਗਨੈਟਿਵ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਹੋ ਰਹੀ ਸੀਗੀ। ਬਹੁਤ ਐਕਟਿਵਲੀ ਇਹਨਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਡਾਊਨਟਾਊਨ ਦੇ ਵਿੱਚ ਬੜੀ ਸਾਰੀਆਂ ਮੀਟਿੰਗਸ ਹੋਇਆ ਕਰਦੀਆਂ ਸੀ ਉਹਨਾਂ ਦੀਆਂ, ਔਰ ਉਸ ਦਰਮਿਆਨ ਮੈਂ ਵੀ ਇਹਨਾਂ ਦੇ ਨਾਲ ਉੱਥੇ ਮੁਲਾਕਾਤਾਂ ਹੋਈਆਂ। ਇੱਕ ਮੀਟਿੰਗ ਇਹਨਾਂ ਨੇ ਆਪਣੇ ਘਰ ਦੇ ਵਿੱਚ ਵੀ ਇੱਥੇ ਮਿਸਿਸਾਗਾ 'ਚ ਰੱਖੀ ਸੀ, ਜਿਸ ਦੇ ਕਾਰਨ ਕਿ ਮੈਨੂੰ ਵੀ ਇਹਨਾਂ ਦੇ ਉੱਥੇ ਉਸ ਸਮੇਂ ਸਾਰੇ ਜਿਹੜੇ ਮੈਂਬਰ ਸੀਗੇ, ਬਹੁਤ ਸਾਰੇ ਲੋਕ ਉੱਥੇ ਕੰਮ ਕਰ ਰਹੇ ਸੀਗੇ। ਸੋ ਇਹਨਾਂ ਦੇ ਐਜ਼ ਮੇਰਾ ਕੰਮ ਤਾਂ ਮੀਡੀਆ ਦਾ ਹੀ ਰੋਲ ਰਿਹਾ ਸ਼ੁਰੂ ਤੋਂ, ਤਾਂ ਉਸ ਵੇਲੇ ਮੈਂ ਇਹਨਾਂ ਦੇ ਘਰ ਵੀ ਗਿਆ। ਔਰ ਹੋਰ ਲੋਕ ਵੀ ਜਿਹੜੇ ਉਸ ਐਕਟਿਵਲੀ ਮਾਈਕਲ ਇਗਨੈਟਿਵ ਦੀ ਰੇਸ ਦੇ ਵਿੱਚ ਸ਼ਾਮਲ ਸੀਗੇ, ਉਹਨਾਂ ਨੂੰ ਵੀ ਉਸ ਵੇਲੇ ਗੱਲਬਾਤ ਕਰਨ ਦਾ, ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਸੋ ਦੈਟ ਇਜ਼ ਦ ਫਸਟ ਟਾਈਮ ਮੇਰੀ ਇੰਟਰੈਕਸ਼ਨ ਬੋਨੀ ਕਰੋਂਬੀ ਹੋਣਾ ਦੇ ਨਾਲ ਹੋਈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਮਾਈਕਲ ਇਗਨੈਟਿਵ ਜਿਹੜੀ ਆ ਉਹ ਰੇਸ ਹਾਰ ਗਏ। ਸਟੀਫਨ ਡਿਓਨ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਉਹ ਰੇਸ ਜਿਹੜੀ ਆ ਉਹ ਜਿੱਤ ਗਏ ਸੀਗੇ। ਉਸ ਤੋਂ ਬਾਅਦ ਇਹ ਸਾਰੀ ਗੱਲ 2006 ਦੀ ਹੈ। ਫਿਰ 2008 ਵੱਲ ਆਉਂਦੇ ਹਾਂ। 2008 ਦੀਆਂ ਜਦੋਂ ਇਲੈਕਸ਼ਨਸ ਹੋਈਆਂ, ਸੋ 2008 ਦੇ ਵਿੱਚ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਜਿੱਤੀ ਸੀਗੀ, ਲੇਕਿਨ ਮਿਸਿਸਾਗਾ ਸਟ੍ਰੀਟਸਵਿਲ ਤੋਂ ਬੋਨੀ ਕਰੋਂਬੀ ਆਪਣੇ ਪਹਿਲੀ ਵਾਰੀ ਇਲੈਕਟ ਹੋਏ ਬਤੌਰ ਮੈਂਬਰ ਪਾਰਲੀਮੈਂਟ। 2008 ਦੇ ਵਿੱਚ ਬੋਨੀ ਕਰੋਂਬੀ ਮੈਂਬਰ ਪਾਰਲੀਮੈਂਟ ਇਲੈਕਟ ਹੋਏ। ਉਸ ਦਰਮਿਆਨ ਫਿਰ ਵੀ ਕਾਫੀ ਚਰਚਾ ਅਸੀਂ ਦੱਸ ਦਈਏ ਕਿ ਲਿਬਰਲ ਪਾਰਟੀ ਦੇ ਵਿੱਚ ਬਹੁਤ ਬੜੇ ਦਿੱਗਜ ਉਸ ਦੌਰ ਦੇ ਵਿੱਚ ਹਜੇ ਵੀ ਸ਼ਾਮਿਲ ਸੀਗੇ। 2000 ਜੇ ਮੈਂ 8 ਦੀ ਵੀ ਗੱਲ ਕਰਾਂ, ਸੋ 2008 ਦੇ ਵਿੱਚ ਜਿਹੜੇ ਬੜੇ ਦਿੱਗਜ ਉਸ ਸਮੇਂ ਸ਼ਾਮਿਲ ਸੀਗੇ, ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਬੜੇ ਦਿੱਗਜਾਂ ਦੇ ਵਿੱਚ ਅਸੀਂ ਬਹੁਤ ਸਾਰੇ ਨਾਮ ਜਿਹੜੇ ਆ ਉਹ ਲੈ ਸਕਦੇ ਹੈਗੇ ਆ। ਚਾਹੇ ਅਸੀਂ ਜੇ ਉਸ ਸਮੇਂ ਦੀ ਗੱਲ ਕਰੀਏ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਨਵਦੀਪ ਬੈਂਸ ਸਾਹਿਬ, ਰੂਬੀ ਢੱਲਾ ਜੀ ਉਸ ਵੇਲੇ ਹੋਇਆ ਕਰਦੇ ਸੀਗੇ, ਹੋਰ ਗੁਰਬਖਸ਼ ਮੱਲੀ ਸਾਹਿਬ ਵੀ ਉਸ ਵੇਲੇ ਤੱਕ ਸੀਗੇ ਹਜੇ ਮੈਂਬਰ ਪਾਰਲੀਮੈਂਟ। ਔਰ ਜੇ ਅਸੀਂ ਉੱਦਾਂ ਗੱਲ ਕਰੀਏ ਚਾਹੇ ਜੌਨ ਮਕਲਮ, ਜੂਡੀ ਸਗਰੋ, ਬਹੁਤ ਸਾਰੇ ਨਾਮ ਅਸੀਂ ਉਹਨਾਂ ਦੇ ਲੈ ਸਕਦੇ ਹਾਂ। ਔਰ ਇਹਨਾਂ ਨੇ ਫਿਰ ਉਸ ਸਮੇਂ ਜਸਟਿਨ ਟਰੂਡੋ ਹੋਣਾ ਦੇ ਨਾਲ ਵੀ ਜਿਹੜਾ ਉਹ ਕੰਮ ਕੀਤਾ। ਹੁਣ ਆ ਜਾਂਦੇ ਸਿੱਧਾ ਅਸੀਂ 2011 ਦੇ ਵਿੱਚ। 2011 ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕੰਜ਼ਰਵੇਟਿਵ ਪਾਰਟੀ ਦੀ ਵੇਵ ਆਈ। ਸਟੀਫਨ ਹਾਰਪਰ ਸਾਹਿਬ ਨੇ ਮੈਜੋਰਟੀ ਸਰਕਾਰ ਬਣਾਈ 2011 ਦੇ ਵਿੱਚ। ਔਰ ਜੇਸਨ ਕੈਨੀ ਦਾ ਤੁਹਾਨੂੰ ਪਤਾ ਹੈ ਉਹ ਦੌਰ ਸੀਗਾ ਜਦੋਂ ਉਹਨਾਂ ਨੇ ਬੜਾ ਕੰਮ ਕੀਤਾ। ਔਰ ਬੜੀ ਵੇਵ ਆਉਣ ਦੇ ਨਾਲ ਕੀ ਹੋਇਆ, 2008 'ਚ ਬੋਨੀ ਕਰੋਂਬੀ ਮੈਂਬਰ ਪਾਰਲੀਮੈਂਟ ਬਣਦੇ ਆ। 2011 ਦੇ ਵਿੱਚ ਇਹ ਮਿਸਿਸਾਗਾ ਸਟ੍ਰੀਟਸਵਿਲ ਤੋਂ ਹਾਰ ਜਾਂਦੇ ਨੇ। ਉੱਥੇ ਬ੍ਰੈਡ ਬੱਟ ਜਿਹੜੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਜਿੱਤ ਜਾਂਦੇ, ਕਿਉਂਕਿ ਸਾਰੀਆਂ ਬਰੈਂਪਟਨ ਦੀਆਂ ਸੀਟਸ, ਸਾਰੀਆਂ ਮਿਸਿਸਾਗਾ ਦੀਆਂ 6 ਦੀਆਂ 6, ਬਰੈਂਪਟਨ ਦੀਆਂ 5, ਦੇ ਆਲ ਟਰਨਡ ਬਲੂ। 2011 ਦੀ ਅਸੀਂ ਗੱਲ ਕਰ ਰਹੇ। 2011 ਦੀ ਇਲੈਕਸ਼ਨ ਜਦੋਂ ਇਹ ਹਾਰ ਜਾਂਦੇ ਨੇ ਬਤੌਰ ਮੈਂਬਰ ਪਾਰਲੀਮੈਂਟ, ਔਰ ਉਹਦੇ ਵਿੱਚ ਅਸੀਂ ਸਾਰੇ ਜੇ ਤੁਹਾਨੂੰ ਯਾਦ ਹੋਏ ਈਵ ਐਡਮ ਜਿਹੜੇ ਨੇ ਉਹ ਜਿੱਤੇ ਸੀਗੇ ਮਿਸਿਸਾਗਾ ਮਾਲਟਨ ਦੀ ਰਾਈਡਿੰਗ ਤੋਂ ਨਵਦੀਪ ਬੈਂਸ ਸਾਹਿਬ ਨੂੰ ਹਰਾ ਕੇ। ਠੀਕ ਹੈ, ਹੁਣ ਜਦੋਂ ਈਵ ਐਡਮ ਜਿਹੜੇ ਨੇ ਉਹ ਬਣ ਜਾਂਦੇ ਨੇ ਮੈਂਬਰ ਪਾਰਲੀਮੈਂਟ, ਉਹਨਾਂ ਦੀ ਸੀਟ ਜਿਹੜੀ ਆ, ਕਿਉਂਕਿ ਉਹ ਕੌਂਸਲਰ ਸੀਗੇ ਮਿਸਿਸਾਗਾ ਵਾਰਡ ਨੰਬਰ 5 ਤੋਂ, ਉਹ ਕੌਂਸਲਰ ਦੀ ਜਿਹੜੀ ਉਹਨਾਂ ਦੀ ਸੀਟ ਆ ਉਹ ਵਿਹਲੀ ਹੋ ਜਾਂਦੀ ਹੈ। ਸੈਪਟੰਬਰ ਦੇ ਵਿੱਚ ਉੱਥੇ ਜਦੋਂ ਚੁਣਾਵ ਹੁੰਦੇ ਨੇ ਤੇ ਬੋਨੀ ਕਰੋਂਬੀ ਜਿਹੜੇ ਉਹ ਚੁਣਾਵ ਲੜਦੇ ਨੇ, ਉਹਦੇ ਵਿੱਚ ਕੈਰੋਲਿਨ ਪੈਰਿਸ਼ ਵੀ ਇਹਨਾਂ ਨੂੰ ਟੱਕਰ ਦਿੰਦੇ ਆ। ਠੀਕ ਹੈ, ਇਹਨਾਂ ਦੇ ਹੁਣ ਕੁਲੀਗ ਨੇ, ਸੋ ਕੈਰੋਲਿਨ ਪੈਰਿਸ਼ ਵੀ ਟੱਕਰ ਦਿੰਦੇ ਆ।
और इंटरस्टिंग चीज़ यह है ईव एडम के जोड़े हसबैंड ने पीटर एडम्स वो भी उहदे विच शामिल थे और होर बहुत सारे कैंडीडेट मेरे ख्याल नाल तकरीबन 30 के आस पास कैंडीडेट्स होणगे उस इलैक्शन के जोड़े लड़े ने साडे अपने साउथ एशियन भाईचारे तो बड़े सारे कैंडीडेट सीगे लेकिन उन्हां दे विच जित हासिल हुंदी है वार्ड नंबर 5 तो मिसिसागा दे विच 2011 सैप्टेंबर बॉनी क्रॉम्बी सो बॉनी क्रॉम्बी जिहड़े ने वो कौंसलर बन जाते हैं। उस तो बाद असी गल करते हैं कि 2014 ते आ जाने असी जरा अच्छा ये बाई इलैक्शन सी बाय द वे 2014 ਦੇ ਆ ਜਾਂਦੇ 2014 ਦੀ ਜਦੋਂ म्यूनिसिपल इलैक्शनस ਹੁੰਦੀਆਂ ਨੇ उस समय मिसिसागा ਦੀ ਮੇਅਰ ਜਿਹੜੇ ਹੇਜ਼ਲ ਮਕੈਲਨ ਨੇ ਉਹ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦੇ ਨੇ ਉਸ ਤੋਂ ਪਹਿਲਾਂ ਤੇ ਕੋਈ ਜ਼ਿਆਦਾ ਕੋਲ ਕੰਪੀਟੀਸ਼ਨ ਸੀਗਾ ਹੀ ਨਹੀਂ ਮਿਸਿਸਾਗਾ ਦੀ ਮੇਅਰ ਹੇਜ਼ਲ ਮਕੈਲਨ ਕੋਲ उस टाइम फिर ਜਿਹੜਾ ਉਹ ਪਹਿਲੀ ਵਾਰੀ ਲੱਗਦਾ ਹੈ ਕਿ ਹੇਜ਼ਲ ਮਕੈਲਨ ਹੁਣ नहीं ਹੈਗੇ ਤੇ ਕੰਪੀਟੀਸ਼ਨ 'ਚ ਕੌਣ ਆਏਗਾ ਹੋਰ ਵੀ ਨਾਮ ਆਉਂਦੇ ਨੇ ਪਰ दो बड़े नाम बॉनी क्रॉम्बे और स्टीव माहोनी बड़ा नाम है और जे असी गल करिए बॉनी क्रॉम्बे उस समय तक भी मैंबर पार्लीमेंट रह चुके हैं कौंसलर ने सो उन्हों का भी बड़ा नाम सो काफ़ी जो पोल सर्वेज आते हैं वो स्टीव माहोनी थोड़ा जा लीड कर रहे थे लग नहीं रहा सीगा कि एक क्लीयर कैंडीडेट असी पिक कर सकते हैं स्टीव माहोनी और बॉनी क्रॉम्बे 2014 की असी गल करिए तो फाइट बराबर की चल रही सी एज पर पोल सर्वेज लेकिन वो एक इंटरस्टिंग डिवेलपमेंट हो जाती है कि जोड़े हेज़ल मकैलियन ने वो सपोर्ट शी ओपनली एंडोर्सिस वो सपोर्ट कर देंगे ने बॉनी क्रॉम्बे ਨੂੰ सपोर्ट करते हैं नाल ही फटाफट लीड लै जाते हैं डिफरेंट पोल सर्वेज के हेज़ल मकैलियन की सपोर्ट मिलती है बॉनी क्रॉम्बे फटाफट अगे वध जाते हैं और 2014 के पहली बारी मिसिसागा के मेयर इलैक्ट होंगे हैं उस तो बाद 2018 के ज़्यादा कंपीटीशन नहीं सीगा आसानी के नाल मेयर बन जाते हैं फास्ट फॉरवर्ड करते हैं उन्होंने असी जून के जदों प्रोविंशियल इलैक्शनस होंदियां ने लिबरल पार्टी की एक बार फिर करारी हार होंदी है ऑफिशियल पार्टी स्टेटस तक मुश्किल हो जाता है और लिबरल पार्टी वो पार्टी जिन्होंने कि 15 साल राज किया है 2018 के भी करारी हार का सामना करना पाया लिबरल पार्टी को और दोबारा तो जून 2022 के भी करारी हार का सामना करना पाया ये असी गल कर रहे हैं 2022 की और उस समय चर्चा छिड़ जाती हैगी है कि बॉनी क्रॉम्बे जोड़े ने वो हुण लिबरल पार्टी की लीडरशिप रेस के आ सकते हैं क्यों क्योंकि 2022 असी सारे जानते हैं कि जदों रेस खत्म होंदी है जिदा ही प्रोविंशियल इलैक्शनस खत्म होंदियां ने उस वेले लिबरल पार्टी के लीडर भी रिजाइन कर देंगे ने NDP के लीडर एंडी हॉरवथ वो भी रिजाइन कर देंगे ने सो हुण कौन लीड करेगा लिबरल पार्टी को वो मिसिसागा की मेयर बॉनी क्रॉम्बे का नाम 2022 जून के भी थोड़ा थोड़ा आना शुरू हो जाता है हुण अनाउंसमेंट होंदी है 2023 के डेट सैट हो जांदियां ने कि ठीक है जी 2023 के 25 और 26 नवंबर 25 एंड 26 नवंबर को जी इलैक्शन होएगी और फिर 2 डिसंबर 2 डिसंबर को जी अनाउंसमेंट होएगी कि लिबरल पार्टी का नवा जोड़ा लीडर है वो कौन होएगा हुण असी सुन रहे हैं कि बॉनी क्रॉम्बे जोड़े उन्होंने अनाउंसमेंट कर दी हैगी है कि यस वो जी है वो इलैक्शन लड़न जा रहे हैं हल्की जी बैकग्राउंड दे दी है कि इस दरम्यान की होया कि जिहड़ा मंग की जा रही सी बड़े लंबे समय तो कि मिसिसागा एज एन इंडिपेंडेंट सिटी बनाना चाहते हैं सो इस मंग के बारे अनाउंसमेंट कर दी ओंटारियो की प्रोविंशियल सरकार ने ओंटारियो PC पार्टी वालों डग फोर्ड सरकार अनाउंस कर दी है कि बिल्कुल ठीक है मिसिसागा अलग होएगा और ब्रैम्पटन अलग होएगा हुण ये मामला लगातार मीडिया 2-4 दिन रहा पैट्रिक ब्राउन साहब भी सीन च आ जाते हैं डग फोर्ड साहब की सरकार अनाउंस कर दी है कि यस 2 इंडिपेंडेंट सिटी बनाए जान पैट्रिक ब्राउन साहब कहते हैं कि साढ़े पैसे दे के जाओ ये डाइवोर्स वरना बड़ा नैसटी हो जाएगा असी लीगल ऑप्शनस भी देख रहे हैं $1 बिलियन प्लस की मंग करन लग पैंदे ने कि ब्रैम्पटन को पैसा दे के जाए मिसिसागा अपना बनता शेयर दे के जाए बॉनी क्रॉम्बे जोड़े ने वो कहते जी कोई पैसा नहीं बनता है साडा सो इस दरम्यान डग फोर्ड उन्होंने अनाउंसमेंट बॉनी क्रॉम्बे जोड़े अपनी जगह के उत्ते खड़े हैं और पैट्रिक ब्राउन जोड़े उन्होंने तो सवाल जोड़े उस समय खड़े कर रहे हैं सो इस सारे हालातों के कुछ लोगों का सवाल सीगा कि किते इस तरह तो नहीं कि क्योंकि बॉनी क्रॉम्बे हुण लिबरल पार्टी की लीडरशिप रेस लड़न जा रहे हैं तो इट कुड बी एट अ लेटर स्टेज 2026 के जे बॉनी क्रॉम्बे जितते हैं तो डग फोर्ड वर्सिस बॉनी क्रॉम्बे होएगा तो किते उस कारण तो नहीं अनाउंसमेंट ये हो गई बट असी उस वेले दस दसागा कि बॉनी क्रॉम्बे रुकण वाले नहीं है वो लीडरशिप रेस के अगे जाणगे और उन्होंने ये कह भी दिता है कि शी इज़ एक्सप्लोरिंग एज वी स्पीक हुण असी इस तो अगे गल दस दिते हैं कि डग फोर्ड उन्होंने भी ऐलान कर दिता है ब्रिंग इट ऑन बॉनी क्रॉम्बे जी जाना चाहते हैं कहते जी ठीक है जी लैके आओ बॉनी क्रॉम्बे जी को सो डग फोर्ड साहब भी तैयार ने बॉनी क्रॉम्बे भी तैयार ने देखते हैं 2026 की होंदा है सो वाई मीडिया पोलिटिकल सेंसेक्स लगातार असी कवर करते रहेंगे इस बार लिबरल पार्टी की लीडरशिप रेस और जे बॉनी क्रॉम्बे जितते हैं तो फिर 2026 डग फोर्ड वर्सिस बॉनी क्रॉम्बे और मैरिट स्टाइल्स उत्थे कित्थे फिट बैठते हैं NDP लीडर ये सारी जानकारी जी थोड़े नाल असी शेयर करते हैं।